ਰੇਣਹੁ ਬੀਜੈ। ਤਾਂਗਤ ਜਿਅਰੇ ਤੇਰੀ, ਸਭ ਉਪਰ ਨਾਨਕ ਕਾ ਠਾਕੁਰ। ਮੈਂ ਜਹੀ ਘਣ ਚੇਰੀ ਰਾਮ, ਸਭ ਉਪਰ ਨਾਨਕ ਕਾ ਠਾਕੁਰ। ਮੈਂ ਜਹੀ ਔਰ ਧਰ ਵਿਚਾਰ ਮੁਰਾਰ ਰਮੋ ਰਮ, ਮਨ ਮੋਹਨ ਨਾਮ ਜਪੀਨੇ। ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ, ਗੁਰਪੁਰੈ ਪ੍ਰਗਟ ਕਰ ਦੀਨੇ। ਰਾਮ ਪਾਰਸ ਚੰਦਨ, ਹਮ ਕਾਸ਼ਟ ਲੋਸ਼ਟ। ਹਰ ਸੰਗ ਹਰੀ ਸਤ ਸੰਗ, ਪਹੇ ਹਰ ਕੰਚਨ ਚੰਦਨ ਕੀਨੇ। ਨਵ ਛੇ ਖਟ ਬੋਲਹਿ ਮੁਖ ਆਗਰ, ਮੇਰਾ ਹਰ ਪ੍ਰਭ ਏਵ ਨਾ ਪਤੀਨੇ। ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਇਉ ਹਰ ਪ੍ਰਭ ਮੇਰਾ ਪੀਨੇ। ਹਮ ਅਵਗੁਣ ਭਰੇ ਏਕ ਗੁਣ, ਅੰਮ੍ਰਿਤ ਛਾੜ ਵਿਖੈ ਬਿਖ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ। ਓ ਸਰਨਾਈ, ਸੁਖ ਹੋਟਲ ਗੁਰ ਸੇਵੀਐ। ਅਹਨਸ ਸਹਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸਚਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵੋ। ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ। ਮੈਂ ਹਿਰਡ ਪਲਾਸ ਸੰਗ ਹਰ ਬੋਹਿਆ।
ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੋਹਿਆ। ਜਪ ਜਗਨਨਾਥ ਜਗਦੀਸ਼ ਗੋਸਾਈਆ, ਸਰਨ ਪਰੇ ਸਈ ਜਨ ਉਬਰੇ, ਜਿਉ ਪ੍ਰਹਿਲਾਦ ਉਧਾਰ ਸਮਈਆ। ਰਹਾਉ ਪਾਰ 18 ਮਹਿ ਚੰਦਨ ਊਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਸਾਕਤ ਕੂੜੇ ਊਬ ਸੁਖ ਹੁਏ, ਮਨ ਅਭਿਮਾਨ ਵਿਛੜ ਦੂਰ ਗਈਆ। ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਬਿਦ ਹਰ ਹਰ ਆਪ ਬਨਾਈਆ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਰਤਨ ਪਦਾਰਥ ਗੁਰਮਤਿ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਗੁਰ ਚਰਨੀ ਇਕ ਸਰਦਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ। ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਤੇ ਭਾਵਨੀ ਕਹੀਆ। ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੈ ਪਰੈ ਪਰਈਆ। ਸਾਸਤ ਵੇਦ ਪੁਰਾਣ ਪੁਕਾਰਹਿ, ਧਰਮ ਕਰਹੁ ਖਟ ਕਰਮ ਦਿਰੜਈਆ। ਮਨ ਮੁਖ ਪਾਖੰਡ ਭਰਮ ਵਿਗੂਤੇ, ਲੋਭ ਲਹਿਰ ਨਾਵ ਭਾਰ ਬੁਢਈਆ। ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸ਼ਾਸਤਰ ਨਾਮ ਦਿਰੜਈਆ। ਹਉਮੈ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਾਈਆ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਾਈਆ। ਨਾਨਕ ਜੰਤ ਵਜਾਏ ਵਾਜੈ, ਜਿਤ ਭਾਵੈ ਤਿਤ ਰਾਹੇ ਚਲਈਆ। ਨਾਨਕ ਜੰਤ ਵਜਾਏ ਵਾਜੈ, ਜਿਤ ਭਾਵੈ ਤਿਤ ਰਾਹੇ ਚਲਈਆ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਨੌਵੇਂ ਗੁਰਦੇਵ ਪਰਮ ਕਿਰਪਾਲੂ ਪਰਮ ਦਿਆਲੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ जुड़ बैठी गुरु की साजी और नवाजी हुई गुरु का खास रूप गुरु खालसा साध संगत जियो धनता दे पात्र हो। सतगुरु जी दी अमृतमयी गुरबाणी श्री आसा जी दी वार दे शब्द कीर्तन रागी ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਏਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਬਿਲਾਵਲ ਰਾਗ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਹਰ ਹਰ ਨਾਮ ਸੀਤਲ ਜਲ ਧਿਆਵਹੁ ਹਰ ਚੰਦਨ ਵਾਸ ਸੁਗੰਧ ਗੰਧਈਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹਰੀ ਨਾਮ ਉਹ ਸ਼ੀਤਲ ਜਲ ਹੈ। ਅੱਜ ਕੱਲ੍ਹ ਦੇ ਗਰਮੀਆਂ ਦੇ ਦਿਨਾਂ ਵਿੱਚ ਠੰਡੇ ਪਾਣੀ ਦੀ ਕੈਸੀ ਮਹੱਤਤਾ ਹੈ ਸਾਡੇ ਲਈ, ਕਿਉਂਕਿ ਤਪਸ਼ ਨਾਲ ਸਾਨੂੰ ਸ਼ੀਤਲ ਜਲ ਦੀ ਲੋੜ ਪੈਂਦੀ ਹੈ। ਜਿਹੜੀ ਵਿਕਾਰਾਂ ਦੀ ਤਪਸ਼ ਸਾਡੇ ਹਿਰਦਿਆਂ ਵਿੱਚ ਤਪ ਰਹੀ ਹੈ, ਵਿਕਾਰਾਂ ਦੀ ਉਸ ਤਪਸ਼ ਨੂੰ ਸ਼ਾਂਤ ਕਰਨੇ ਵਾਸਤੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਉਹ ਸ਼ੀਤਲ ਜਲ ਦੇ ਸਮਾਨ ਹੈ। ਇਸ ਕਰਕੇ ਸ਼ੀਤਲ ਤੇ ਠੰਡੇ ਜਲ ਦੀ ਤਸਬੀਹ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਭਾਈ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਰੀ ਨਾਮ ਸ਼ੀਤਲ ਜਲ ਹੈ।
ਉਸ ਸ਼ੀਤਲ ਜਲ ਹਰੀ ਨਾਮ ਨੂੰ ਧਿਆਵੋ। ਨਾਮ ਧਿਆਵੋ। ਧਿਆਉਣ ਤੱਕ ਜਾਣ ਵਾਸਤੇ ਜਪਣਾ ਜ਼ਰੂਰੀ ਹੈ। ਪਹਿਲਾਂ ਰਸਨਾ ਦੁਆਰਾ ਜਪੋਗੇ, ਜਪਦਿਆਂ 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 ਜਦੋਂ ਇਹ ਰਸਨਾ ਜਾਪ ਵਿੱਚ ਗਿੱਝ ਗਈ, ਜਾਪ ਦੇ ਵਿੱਚ ਇਹ ਰਸਨਾ ਗਿੱਝ ਗਈ, ਯਾਨੀ ਕਿ ਇਸ ਰਸਨਾ ਤੋਂ ਸੁਤੇ ਸਿੱਧ ਜਾਪ ਹੋਣ ਲੱਗ ਪਿਆ, ਉਹੀ ਜਾਪ ਅੱਗੇ ਚੱਲ ਕੇ ਧਿਆਨ ਦੇ ਵਿੱਚ ਪ੍ਰਵਿਰਤ ਹੋ ਜਾਏਗਾ ਤੇ ਫਿਰ ਉਹ ਜਾਪ ਧਿਆਉਣਾ ਬਣ ਜਾਏਗਾ। ਜਾਪ ਰਸਨਾ ਦੁਆਰਾ ਹੈ, ਧਿਆਉਣਾ ਧਿਆਨ ਦੁਆਰਾ ਹੈ। ਇੱਥੇ ਪਾਤਸ਼ਾਹ ਨੇ ਧਿਆਉਣ ਦੀ ਗੱਲ ਕੀਤੀ ਹੈ ਵੀ ਧਿਆਵੋ। ਪਹਿਲਾਂ ਜਪੋ ਤੇ ਫਿਰ ਜਪਦਿਆਂ ਜਪਦਿਆਂ ਧਿਆਵੋ, ਯਾਨੀ ਕਿ ਆਪਣੇ ਧਿਆਨ ਵਿੱਚ ਉਸ ਪਰਮੇਸ਼ਰ ਦੇ ਨਾਮ ਨੂੰ ਵਸਾਓ। ਧਿਆਨ ਵਿੱਚ ਨਾਮ ਦਾ ਧਿਆਨ ਧਾਰਨਾ। ਪਰਮਾਤਮਾ ਨਿਰਾਕਾਰ ਹੈ, ਉਹਦਾ ਅਸੀਂ ਧਿਆਨ ਨਹੀਂ ਧਾਰ ਸਕਦੇ, ਪਰ ਨਾਮ ਦੇ ਅੱਖਰ ਜਿਹੜੇ ਨੇ ਉਹ ਸਾਡੇ ਧਿਆਨ ਵਿੱਚ ਵਸ ਜਾਣ। ਤੋ ਪਾਤਸ਼ਾਹ ਕਹਿੰਦੇ ਨਾਮ ਧਿਆਵੋ। ਇਹ ਪਾਵਨ ਅੰਮ੍ਰਿਤ ਨਾਮ ਐਸਾ ਸੁਗੰਧੀ ਵਾਲਾ ਹੈ, ਇਹਦੇ ਦੁਆਰਾ ਇਉਂ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਨੇ ਜਿਵੇਂ ਚੰਦਨ ਦਾ ਬੂਟਾ, ਉਹਦੇ 'ਚ ਵਾਸ਼ਨਾ ਹੈ, ਉਹਦੇ 'ਚ ਸੁਗੰਧੀ ਹੈ, ਉਹ ਆਪਣੀ ਮਹਿਕ ਆਪਣੀ ਸੁਗੰਧੀ ਚਾਰੇ ਪਾਸੇ ਬਖੇਰਦਾ ਹੈ। ਇਉਂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਚੰਦਨ ਦੇ ਸਮਾਨ ਸ਼ੁਭ ਗੁਣਾ ਰੂਪੀ ਸੁਗੰਧੀ ਨੂੰ ਫੈਲਾਉਣ ਵਾਲਾ ਹੈ। ਜਿਵੇਂ ਚੰਦਨ ਕੋਲ ਜਾ ਕੇ ਹਰ ਬੂਟਾ ਸੁਗੰਧੀ ਵਾਲਾ ਹੋ ਜਾਂਦਾ ਹੈ, ਤੈਸੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਜਿਹੜਾ ਨਾਮ ਧਿਆਉਂਦਾ ਹੈ, ਉਹਦੀ ਬਰਕਤ ਨਾਲ ਉਹਦੇ ਹਿਰਦੇ ਵਿੱਚ ਸ਼ੁਭ ਗੁਣ ਉਤਪੰਨ ਹੋ ਜਾਂਦੇ ਨੇ। ਉਹ ਸ਼ੁਭ ਗੁਣਾਂ ਦੇ ਸਹਿਤ ਹੋ ਜਾਂਦਾ ਹੈ। ਨਾਮ ਧਿਆਉਣ ਵਾਲੇ ਗੁਰਮੁਖ ਦੇ ਅੰਦਰ ਸੁਤੇ ਸਿੱਧ ਸਬਰ ਤੇ ਸੰਤੋਖ ਦੀ ਬਿਰਤੀ ਆ ਜਾਂਦੀ ਹੈ। ਨਾਮ ਧਿਆਉਣ ਵਾਲਾ ਮਨੁੱਖ ਸੁਤੇ ਸਿੱਧ ਦਿਆਲੂ ਹੋ ਜਾਂਦਾ ਹੈ, ਉਹਦੇ ਮਨ ਵਿੱਚ ਕਰੁਣਾ ਤੇ ਦਇਆ ਉਪਜਾਉਂਦੀ ਹੈ, ਕਿਉਂਕਿ ਨਾਮ ਦੀ ਬਰਕਤ ਸ਼ੁਭ ਗੁਣਾਂ ਨੂੰ ਪੈਦਾ ਕਰਦੀ ਹੈ। ਤੋ ਪਾਤਸ਼ਾਹ ਕਹਿੰਦੇ ਇਸ ਕਰਕੇ ਹਰੀ ਦੇ ਇਸ ਸ਼ੀਤਲ ਨਾਮ ਜਲ ਨੂੰ ਧਿਆਵੋ। ਨੀਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੋਹਿਆ। ਪਾਤਸ਼ਾਹ ਫਰਮਾਉਂਦੇ ਨੇ ਕਿ ਸਤ ਸੰਗਤ ਨਾਲ ਮਿਲ ਕੇ ਮੈਂ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ। ਸਤ ਸੰਗਤ ਨਾਲ ਮਿਲ ਕੇ ਮੈਂ ਪਰਮ ਪਦਵੀ ਪਾ ਲਈ। ਕਿਵੇਂ? ਜਿਵੇਂ ਇਰੰਡ ਦਾ ਬੂਟਾ ਹੁੰਦਾ ਨਾ, ਪਲਾਸ ਛਿਛਰੇ ਦਾ ਬੂਟਾ ਹੁੰਦਾ ਹੈ, ਉਹ ਚੰਦਨ ਕੋਲ ਰਹਿ ਕੇ ਚੰਦਨ ਜੈਸੀ ਸੁਗੰਧੀ ਬਖੇਰਨ ਲੱਗ ਪੈਂਦਾ, ਉਹਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਇਉਂ ਮੈਂ ਇਰੰਡ ਦੇ ਬੂਟੇ ਵਾਂਗੂ, ਛਿਛਰੇ ਦੇ ਨਿਕੰਮੇ ਦਰਖਤ ਵਾਂਗੂ ਸੀ। ਜਦੋਂ ਮੈਨੂੰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ, ਮੈਂ ਸਤਸੰਗ ਵਿੱਚ ਜਾਣ ਲੱਗ ਪਿਆ, ਤਾਂ ਸਤ ਸੰਗਤ ਨਾਲ ਮਿਲ ਕੇ ਮੇਰੇ ਵਿੱਚੋਂ ਵੀ ਸੁਗੰਧੀ ਪੈਦਾ ਹੋ ਗਈ, ਮੈਂ ਪਰਮ ਪਦਵੀ ਨੂੰ ਪ੍ਰਾਪਤ ਹੋ ਗਿਆ। ਸਤ ਸੰਗਤ ਕਰਦਿਆਂ ਮੈਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ। ਜਿਵੇਂ ਛਿਛਰੇ ਦੇ ਬੂਟੇ 'ਚ ਸੁਗੰਧੀ ਪੈਦਾ ਹੋ ਜਾਂਦੀ ਹੈ, ਚੰਦਨ ਕੋਲ ਰਹਿ ਕੇ ਇਰੰਡ ਦੇ ਬੂਟੇ 'ਚੋਂ ਸੁਗੰਧੀ ਪੈਦਾ ਹੋ ਜਾਂਦੀ ਹੈ, ਚੰਦਨ ਦੇ ਕੋਲ ਰਹਿ ਕੇ। ਏਦਾਂ ਸਤ ਸੰਗਤ ਕਰਨ ਵਾਲੇ ਸਤ ਸੰਗੀ ਦੇ ਅੰਦਰ ਪਰਮ ਪਦਵੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ। ਹਾਂਜੀ। ਜਪ ਜਗਨਨਾਥ ਜਗਦੀਸ਼ ਗੁਸਾਈਆ। ਇਹ ਭਾਈ ਉਸ ਜਗਤ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪੋ, ਜਿਹੜਾ ਸਾਰੇ ਜਗਤ ਦਾ ਨਾਥ ਹੈ।
ਉਸ ਜਗਤ ਦੇ ਈਸ਼ਵਰ ਨੂੰ, ਜੋ ਸਾਰੇ ਜਗਤ ਦਾ ਈਸ਼ਵਰ ਹੈ, ਮਾਲਕ ਹੈ, ਹੇ ਭਾਈ ਉਸ ਜਗਤ ਦੇ ਈਸ਼ਵਰ ਗੁਸਾਈ ਪਰਮੇਸ਼ਰ ਦਾ ਜਾਪ ਜਪੋ। ਜਗਦੀਸ਼, ਜਗਤ ਦਾ ਈਸ਼ਵਰ, ਜਿਹੜਾ ਸਾਰੇ ਜਗਤ ਦਾ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਸ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਨੂੰ, ਗੁਸਾਈ ਨੂੰ ਜਪੋ। ਸਾਰਨ ਪਰੇ ਸੇਈ ਜਨ ਉਬਰੇ, ਜਿਉ ਪ੍ਰਹਿਲਾਦ ਉਧਾਰ ਸਮਈਆ। ਜਿਹੜੇ ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ 'ਚ ਪੈ ਜਾਂਦੇ ਹਨ, ਉਹ ਜਾਣੇ ਸੰਸਾਰ ਤੋਂ ਉਭਰਦੇ ਹਨ। ਸ਼ਰਨ ਪਰੇ ਸੇਈ ਜਨ ਉਬਰੇ, ਮਾਲਕ ਦੀ ਸ਼ਰਨ 'ਚ ਪਿਆ, ਪਰਮੇਸ਼ਰ ਦੀ ਸ਼ਰਨ 'ਚ ਪਿਆ, ਪਰਮੇਸ਼ਰ ਤਰਸ ਕਰਦਾ, ਇਸ ਜੀਵ ਨੂੰ ਉਭਾਰ ਲੈਂਦਾ ਹੈ। ਕਿਵੇਂ? ਜਿਉ ਪ੍ਰਹਿਲਾਦ ਉਧਾਰ ਸਮਈਆ, ਜਿਵੇਂ ਆਪਣੇ ਭਗਤ ਪ੍ਰਹਿਲਾਦ ਨੂੰ ਉਧਾਰਿਆ, ਔਰ ਭਗਤ ਪ੍ਰਹਿਲਾਦ ਨੂੰ ਉਧਾਰ ਕੇ ਆਪਣੇ ਨਿਜ ਸਰੂਪ ਦੇ ਵਿੱਚ ਸਮਾ ਕੇ ਅਭੇਦ ਕਰ ਲਿਆ। ਜਿਉ ਪ੍ਰਹਿਲਾਦ ਉਧਾਰ ਸਮਈਆ, ਜਿਵੇਂ ਪ੍ਰਹਿਲਾਦ ਨੂੰ ਉਧਾਰ ਕੇ ਆਪਣੇ ਨਿਜ ਸਰੂਪ ਦੇ ਵਿੱਚ ਸਮਾ ਕੇ ਅਭੇਦ ਕਰ ਲਿਆ। ਏਦਾਂ ਜਿਹੜੇ ਉਸ ਮਾਲਕ ਪ੍ਰਭੂ ਪਰਮੇਸ਼ਰ ਦੀ ਸ਼ਰਨ 'ਚ ਪੈਂਦੇ ਹਨ, ਉਹਨਾਂ ਨੂੰ ਵਾਹਿਗੁਰੂ ਜੀ ਉਧਾਰ ਲੈਂਦੇ ਹਨ। ਰਹਾਉ ਪਾਰ 18 ਮਹਿ ਚੰਦਨ ਊਤਮ, ਚੰਦਨ ਨਿਕਟ ਸਭ ਚੰਦਨ ਹੋਈਆ। 18 ਭਾਰ ਬਨਾਸਪਤੀ ਹੈ। ਇਹ ਜਿਤਨੇ ਬਨਸਪਤੀ ਹੈ, ਜਿਤਨੇ ਦਰਖਤ ਨੇ ਘਾਹ ਦੇ ਕਿਣਕੇ ਤੋਂ ਲੈ ਕੇ, ਇਸ 18 ਭਾਰ ਬਨਾਸਪਤੀ ਵਿੱਚ ਸਭ ਤੋਂ ਉੱਤਮ ਹੈ ਚੰਦਨ। ਪੁੱਛਿਆ, ਚੰਦਨ ਉੱਤਮ ਕਿਉਂ ਹੈ ਸਾਰੀ ਬਨਸਪਤੀ ਚੋਂ? ਬੜੇ ਬੜੇ ਦਰਖਤ ਨੇ, ਫਲਦਾਰ ਦਰਖਤ ਨੇ, ਕਿਤੇ ਅੰਬ ਲੱਗੇ ਹੋਏ ਨੇ, ਕਿਤੇ ਆੜੂ ਤੇ ਖਿਰਨੀਆਂ ਲੱਗੀਆਂ ਹੋਈਆਂ, ਬੜੇ ਬੜੇ ਉੱਤਮ ਦਰਖਤ ਨੇ। ਕਿਤੇ ਚੀਲ ਖੜੀ ਹੈ, ਕਿਤੇ ਦਿਆਰ ਦੇ ਦਰਖਤ ਖੜੇ ਨੇ, ਕਿਤੇ ਸਿੰਸਪਾ ਹੈ, ਕਿਤੇ ਸ਼ਹਿਤੂਤ ਦੇ ਦਰਖਤ ਖੜੇ ਨੇ। ਬੜੇ ਬੜੇ ਉੱਚੇ ਲੰਮੇ ਦਰਖਤ ਨੇ, ਬੜੇ ਬੜੇ ਗੁਣਕਾਰੀ ਦਰਖਤ ਨੇ, ਪਰ ਸਾਰੀ 18 ਭਾਰ ਬਨਾਸਪਤੀ ਵਿੱਚ ਸਭ ਤੋਂ ਉੱਤਮ ਹੈ ਚੰਦਨ। ਪੁੱਛਿਆ ਕਿਉਂ ਉੱਤਮ ਹੈ? ਕਿਉਂਕਿ ਚੰਦਨ ਇਸ ਕਰਕੇ ਉੱਤਮ ਹੈ ਕਿ ਚੰਦਨ ਦੇ ਨੇੜੇ ਰਹਿਣ ਵਾਲੇ ਦਰਖਤ ਵੀ ਚੰਦਨ ਹੋ ਜਾਂਦੇ ਨੇ, ਉਹਨਾਂ ਵਿੱਚ ਵੀ ਸੁਗੰਧੀ ਪੈਦਾ ਹੋ ਜਾਂਦੀ। ਇੱਕ ਅੰਬ ਦਾ ਦਰਖਤ ਆਪਣੇ ਨਾਲ ਵਸਦੇ ਕਿਸੇ ਸਪੈਦੇ ਦੇ ਦਰਖਤ ਨੂੰ ਅੰਬ ਨਹੀਂ ਬਣਾ ਸਕਦਾ। ਇਹ ਖੂਬੀ, ਇਹ ਗੁਣ ਕੇਵਲ ਚੰਦਨ ਵਿੱਚ ਹੈ ਕਿ ਸਵਾਏ ਇੱਕ ਬਾਂਸ ਦੇ ਬੂਟੇ ਤੋਂ ਇਲਾਵਾ ਸਾਰੀ ਬਨਸਪਤੀ ਨੂੰ ਚੰਦਨ ਕਰ ਦਿੰਦਾ, ਉਹਦੇ 'ਚ ਆਪਣੇ ਵਰਗੀ ਸੁਗੰਧੀ ਪੈਦਾ ਕਰ ਦਿੰਦਾ, ਉਹਦੇ 'ਚ ਆਪਣੇ ਵਰਗੀ ਖੁਸ਼ਬੂ ਪੈਦਾ ਕਰ ਦਿੰਦਾ। ਤੋ ਚੰਦਨ ਦੇ ਨਿਕਟ ਵਸਣ ਵਾਲੇ ਚੰਦਨ ਹੋ ਜਾਂਦੇ ਨੇ। ਇਸੇ ਕਰਕੇ 18 ਭਾਰ ਬਨਾਸਪਤੀ ਵਿੱਚ ਚੰਦਨ ਉੱਤਮ ਹੈ। ਇਉਂ 84 ਲੱਖ ਜੂਨੀਆਂ ਨੇ, ਉਹਦੇ ਚੋਂ ਸਭ ਤੋਂ ਉੱਤਮ ਜੂਨੀ ਹੈ ਮਾਨਵ ਜੂਨੀ। ਹੁਣ ਅਰਬਾਂ ਖਰਬਾਂ ਦੀ ਗਿਣਤੀ 'ਚ ਮਨੁੱਖ ਨੇ, ਉਹਨਾਂ ਸਮਸਤ ਮਨੁੱਖਾਂ ਵਿੱਚੋਂ ਅਗਰ ਕੋਈ ਸਭ ਤੋਂ ਉੱਤਮ ਮਨੁੱਖ ਹੈ ਤਾਂ ਉਹ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨਾਲ ਮਿਲਿਆ ਹੋਇਆ, ਉਹਦਾ ਪਿਆਰਾ ਹੈ, ਜਿਹਨੂੰ ਆਪਾਂ ਸੰਤ ਕਹਿੰਦੇ ਆ, ਜਿਹਨੂੰ ਆਪਾਂ ਸਾਧੂ ਕਹਿੰਦੇ ਆ, ਮਹਾਤਮਾ ਕਹਿੰਦੇ ਆ, ਉਹ ਸਾਰਿਆਂ ਵਿੱਚੋਂ ਉੱਤਮ। ਉਹ ਸਾਧੂ, ਉਹ ਮਹਾਤਮਾ, ਉਹ ਸੰਤ ਕਿਉਂ ਨੇ ਉੱਤਮ ਸਾਰਿਆਂ ਵਿੱਚ? ਕਿਉਂਕਿ ਉਹਨਾਂ ਸਾਧੂਆਂ ਵਿੱਚ ਵੀ ਇਹ ਬਰਕਤ ਹੈ ਕਿ ਆਪਣੀ ਸੰਗਤ ਕਰਨ ਵਾਲਿਆਂ ਨੂੰ ਆਪਣੇ ਵਰਗਾ ਬਣਾ ਲੈਂਦੇ ਨੇ, ਆਪਣੇ ਵਰਗਾ ਕਰ ਲੈਂਦੇ ਨੇ। ਹਾਂਜੀ,
ਸਾਕਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ। ਦੂਜੇ ਪਾਸੇ ਜਿਹੜੇ ਸਾਕਤ ਕੂੜੇ ਝੂਠੇ ਮਨੁੱਖ ਨੇ, ਉਹ ਉਬ ਸੁੱਕ ਦਰਖਤਾਂ ਦੇ ਵਾਂਗੂ ਨੇ, ਜਿਹੜੇ ਖੜੇ ਖੜੋਤੇ ਸੁੱਕ ਜਾਂਦੇ ਨੇ, ਖਲੋਤੇ ਹੀ ਸੁੱਕ ਜਾਂਦੇ ਨੇ। ਸਾਕਤ ਆਪਣੇ ਹੰਕਾਰ ਦੇ ਵਿੱਚ ਆਕੜੇ ਹੋਏ ਹੀ ਸੁੱਕ ਜਾਂਦੇ ਨੇ, ਉਹਨਾਂ ਅੰਦਰ ਰੱਬ ਦੀ ਭਗਤੀ ਦਾ ਕੋਈ ਰਸ ਨਹੀਂ ਹੁੰਦਾ, ਔਰ ਉਹਨਾਂ ਦੇ ਮਨ 'ਚ ਅਭਿਮਾਨ ਹੁੰਦਾ ਕਈ ਪ੍ਰਕਾਰ ਦਾ। ਆਪਣੇ ਉਸ ਮਨ ਦੇ ਅਭਿਮਾਨ ਕਰਕੇ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਤੋਂ ਵਿਛੜੇ ਹੋਏ ਦੂਰ ਚਲੇ ਜਾਂਦੇ ਨੇ। ਉਹਨਾਂ ਦੇ ਮਨ ਦਾ ਅਭਿਮਾਨ ਹੀ ਉਹਨਾਂ ਨੂੰ ਉਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਤੋਂ ਵਿਦਾਤੇ ਤੋਂ ਦੂਰ ਕਰ ਦਿੰਦਾ ਹੈ। ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਬਿਦ ਹਰ ਹਰ ਆਪ ਬਨਾਈਆ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਗਤ ਮਿਤ ਮਰਜ਼ਾਦਾ ਆਪ ਜਾਣਦਾ ਹੈ। ਉਹਦੀ ਗਤ ਮਿਤ ਕੋਈ ਨਹੀਂ ਜਾਣ ਸਕਦਾ, ਉਹ ਆਪਣੀ ਗਤ ਮਿਤ ਆਪ ਜਾਣਦਾ ਹੈ। ਤੇ ਦੁਨੀਆ ਦੀਆਂ ਜਿੰਨੀਆਂ ਵਿਧੀਆਂ ਨੇ, ਇਹਨਾਂ ਸਾਰੀਆਂ ਵਿਧੀਆਂ ਨੂੰ ਬਣਾਉਣ ਵਾਲਾ ਉਹ ਹਰੀ ਅਕਾਲ ਪੁਰਖ ਪਰਮੇਸ਼ਰ ਹੈ। ਹਰੀ ਜੀ ਆਪ ਆਪਣੀਆਂ ਸਾਰੀਆਂ ਵਿਧੀਆਂ ਦੀ ਰਚਨਾ ਕਰਦੇ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨੰਨ ਸੇਵਕ ਧੰਨ ਬਾਬਾ ਬਿਧੀ ਚੰਦ ਸਾਹਿਬ ਘੋੜੇ ਲੈਣ ਗਏ ਤੇ ਵਿਧੀਆਂ ਰਚਦੇ ਨੇ, ਤੇ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ, ਮੇਰਾ ਤਾਂ ਨਾਮ ਹੀ ਬਿਧੀ ਚੰਦ ਹੈ, ਅਸਲ ਵਿੱਚ ਵਿਧੀਆਂ ਨੂੰ ਰਚਣ ਵਾਲੇ, ਵਿਧੀਆਂ ਰਚਾਉਣ ਵਾਲੇ ਤੁਸੀਂ ਆਪ ਹੋ, ਸਾਰੀਆਂ ਵਿਧੀਆਂ ਤੁਸੀਂ ਬਣਾਉਂਦੇ ਹੋ। ਤੇ ਕੈਸੀਆਂ ਵਿਧੀਆਂ ਰਚੀਆਂ, ਦੋਵੇਂ ਘੋੜੇ ਕੱਢ ਕੇ ਲਿਆਏ। ਸੰਸਾਰ ਵਿੱਚ ਜਿਤਨੀਆਂ ਵੀ ਵਿਧੀਆਂ ਰਚੀਆਂ ਜਾਂਦੀਆਂ ਨੇ, ਉਹਨਾਂ ਵਿਧੀਆਂ ਦੀ ਰਚਨਾ ਨੂੰ ਰਚਾਉਣ ਵਾਲੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਆਪ ਹਨ। ਸਾਰਾ ਸੰਸਾਰ ਇੱਕ ਵਿਧੀ ਪੂਰਵਕ ਢੰਗ ਨਾਲ ਚੱਲ ਰਿਹਾ ਹੈ। ਸੂਰਜ ਵਿਧੀ ਪੂਰਵਕ ਢੰਗ ਨਾਲ ਉਗਦਾ ਹੈ, ਵਿਧੀ ਪੂਰਵਕ ਢੰਗ ਨਾਲ ਛਿਪਦਾ ਹੈ। ਚੰਦਰਮਾ ਮੱਸਿਆ ਤੋਂ ਪੁੰਨਿਆ ਤੇ ਪੁੰਨਿਆ ਤੋਂ ਮੱਸਿਆ ਤੱਕ ਵਿਧੀ ਪੂਰਵਕ ਢੰਗ ਨਾਲ ਵੱਧਦਾ ਤੇ ਘਟਦਾ ਹੈ। ਰੁੱਤਾਂ ਵਿਧੀ ਪੂਰਵਕ ਢੰਗ ਨਾਲ ਚੱਲ ਰਹੀਆਂ ਨੇ, ਵਿਧੀ ਪੂਰਵਕ ਢੰਗ ਨਾਲ ਸਮੁੰਦਰ ਚੱਲ ਰਿਹਾ ਹੈ, ਦਰਿਆ ਚੱਲ ਰਹੇ ਨੇ, ਨਦੀਆਂ ਚੱਲ ਰਹੀਆਂ ਨੇ। ਇਹ ਜਿਤਨੀਆਂ ਵਿਧੀਆਂ ਰਚੀਆਂ ਹੋਈਆਂ ਨੇ, ਉਸ ਅਕਾਲ ਪੁਰਖ ਪਰਮੇਸ਼ਰ ਦੀਆਂ ਆਪਣੀਆਂ ਰਚੀਆਂ ਹੋਈਆਂ ਨੇ, ਉਹਦੀਆਂ ਬਣਾਈਆਂ ਹੋਈਆਂ ਨੇ। ਸਭ ਵਿਧ ਹਰ ਹਰ ਆਪ ਬਨਈਆ। ਜਿੰਨੀਆਂ ਵਿਧੀਆਂ ਨੇ, ਇਹਨਾਂ ਸਾਰੀਆਂ ਵਿਧੀਆਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਬਣਾਉਣ ਵਾਲੇ ਹਨ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਾਈਆ। ਜਿਸ ਨੂੰ ਸਤਿਗੁਰੂ ਜੀ ਮਿਲਦੇ ਹਨ, ਜਿਸ ਨੂੰ ਸਤਿਗੁਰੂ ਜੀ ਮਿਲਦੇ ਹਨ, ਉਹਨੂੰ ਸਤਿਗੁਰੂ ਜੀ ਆਪਣੇ ਨਾਲ ਮੇਲ ਕੇ ਅਭੇਦ ਕਰ ਲੈਂਦੇ ਹਨ ਤੇ ਉਹ ਕੰਚਨ ਹੋ ਜਾਂਦਾ। ਜਿਵੇਂ ਪਾਰਸ ਨੂੰ ਛੂਹ ਕੇ ਕੋਈ ਧਾਤ ਸੋਨਾ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹਨੂੰ ਸਤਿਗੁਰੂ ਜੀ ਮਿਲਦੇ ਨੇ, ਉਹ ਆਪਣੇ ਸੇਵਕ ਨੂੰ ਕੰਚਨ ਕਰ ਦਿੰਦੇ ਨੇ। ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ। ਜਿਹੜੇ ਕਰਮ ਧੁਰ ਦਰਗਾਹ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤੇ ਨੇ, ਉਹ ਨਾ ਮਿਟਦੇ ਨੇ, ਨਾ ਕੋਈ ਮਿਟਾ ਸਕਦਾ। ਉਹ ਮਿਟਦੇ ਨਹੀਂ ਹਨ। ਜੋ ਲਿਖ ਦਿੱਤਾ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਕਰਤਾਰ ਨੇ, ਵਿਧਾਤੇ ਨੇ ਮੱਥੇ ਤੇ ਲੇਖ ਲਿਖ ਦਿੱਤੇ ਹਨ, ਉਹ ਨਾ ਆਪ ਮਿਟਦੇ ਨੇ
ਤੇ ਨਾ ਕਿਸੇ ਦੇ ਮਿਟਾਇਆ ਮਿਟਦੇ ਹਨ। ਰਤਨ ਪਦਾਰਥ ਗੁਰਮਤਿ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਵੈਰਾਗ ਵਿਵੇਕ ਆਦਿਕ ਜਿਹੜੇ ਸ਼ੁਭ ਰਤਨ ਨੇ, ਇਹਨਾਂ ਰਤਨਾਂ ਪਦਾਰਥਾਂ ਨਾਲ ਗੁਰੂ ਸਮੁੰਦਰ ਬਣ ਕੇ ਭਰਿਆ ਪਿਆ। ਜਿਵੇਂ ਸਮੁੰਦਰ 'ਚ ਰਤਨ ਹੁੰਦੇ ਨੇ, ਤੈਸੇ ਗੁਰੂ ਰੂਪੀ ਸਾਗਰ ਵਿੱਚ ਵਿਰਾਗ ਵਿਵੇਕ ਸਮ ਦਮ ਉਪਰਾਮਤਾ ਮੈਤਰੀ ਕਰੁਣਾ ਮੁਦਤਾ, ਇਹ ਜਿਤਨੇ ਸ਼ੁਭ ਗੁਣਾ ਰੂਪੀ ਰਤਨ ਪਦਾਰਥ ਨੇ ਗੁਰੂ ਰੂਪੀ ਸਮੁੰਦਰ 'ਚ ਭਰੇ ਪਏ ਨੇ। ਗੁਰੂ ਨੇ ਆਪਣੇ ਭਗਤੀ ਦੇ ਭੰਡਾਰ ਖੋਲੇ ਹੋਏ ਨੇ। ਇਹਨਾਂ ਖੁੱਲਿਆਂ ਭੰਡਾਰਿਆਂ ਚੋਂ ਕੋਈ ਜਿੰਨਾ ਮਰਜ਼ੀ ਦਾਨ ਲਈ ਜਾਵੇ, ਇਹ ਭੰਡਾਰੇ ਨਹੀਂ ਘਟਦੇ, ਊਣੇ ਨਹੀਂ ਹੁੰਦੇ। ਸਤਿਗੁਰਾਂ ਦੇ ਭੰਡਾਰੇ ਲਬਾਲਬ ਭਰੇ ਹੋਏ ਨੇ। ਕਲਗੀਧਰ ਸੁਆਮੀ ਸ੍ਰੀ ਜਫਰਨਾਮੇ ਦੀ ਬਾਣੀ 'ਚ ਲਿਖਦੇ ਨੇ, ਲਬਾਲਬ ਬਦਮਨੋਸ਼ ਫਰਾਮੋਸ਼ ਕੁਨ। ਹੇ ਪ੍ਰਭੂ, ਤੇਰੇ ਖਜ਼ਾਨੇ ਲਬਾਲਬ ਭਰੇ ਹੋਏ ਨੇ, ਉਹਨਾਂ 'ਚ ਕੋਈ ਊਣਤਾਈ ਨਹੀਂ। ਤੋ ਪਰਮੇਸ਼ਰ ਨੇ ਆਪਣੇ ਭਗਤੀ ਦੇ ਭੰਡਾਰ ਖੋਲੇ ਹੋਏ ਨੇ। ਗੁਰੂ ਨਾਨਕ ਸਾਹਿਬ ਦੇ ਦਰ ਘਰ ਤੇ ਹਮੇਸ਼ਾ ਭਗਤੀ ਦੇ ਭੰਡਾਰੇ ਖੁੱਲੇ ਨੇ। ਜਿਸ ਵੇਲੇ ਵੀ, ਜਿਸ ਵਕਤ ਵੀ, ਕਦੇ ਵੀ 24 ਘੰਟਿਆਂ 'ਚ ਗੁਰੂ ਚਰਨਾਂ 'ਚ ਆ ਜਾਏ, ਇੱਥੋਂ ਭਗਤੀ ਦਾ ਦਾਨ ਪ੍ਰਾਪਤ ਹੁੰਦਾ। ਜਦੋਂ ਮਰਜ਼ੀ ਆ ਕੇ ਜਪ ਲੈ, ਜਦੋਂ ਮਰਜ਼ੀ ਆ ਕੇ ਆਰਾਧ ਲੈ, ਕੋਈ ਰੋਕ ਟੋਕ ਨਹੀਂ। ਇਹ ਭਗਤੀ ਦਾ ਭੰਡਾਰਾ ਸਤਿਗੁਰੂ ਜੀ ਨੇ ਖੋਲਿਆ ਹੋਇਆ ਹੈ। ਹਾਂਜੀ। ਗੁਰ ਚਰਨੀ ਇਕ ਸਰਦਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਮੇਰੇ ਮਨ ਵਿੱਚ ਇੱਕ ਸ਼ਰਧਾ ਉਪਜੀ ਹੈ। ਮੈਂ ਕੇਵਲ ਆਪਣੇ ਗੁਰੂ ਦੇ ਚਰਨਾਂ ਦੀ ਸ਼ਰਧਾ ਰੱਖਦਾ। ਗੁਰੂ ਚਰਨਾਂ ਦਾ ਯਕੀਨ, ਗੁਰੂ ਚਰਨਾਂ ਦਾ ਭਰੋਸਾ। ਖਾਲਸਾ ਜੀ, ਜਿਹਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਨਹੀਂ, ਉਹ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਹੋ ਸਕਦਾ। ਸ਼ਰਧਾ ਆਪਾਂ ਸਤਿਗੁਰਾਂ ਤੇ ਰੱਖਣੀ। ਸਿੱਖ ਦਾ ਸਭ ਤੋਂ ਪਹਿਲਾ ਗੁਣ ਇਹ ਹੈ ਕਿ ਆਪਣੇ ਗੁਰੂ ਤੇ ਅਟੁੱਟ ਤੇ ਅਥਾਹ ਸ਼ਰਧਾ। ਆਪਣੇ ਗੁਰੂ ਤੇ, ਨਾ ਕਿ ਕਿਸੇ ਬੰਦੇ ਤੇ, ਵਿਅਕਤੀ ਤੇ, ਗੁਰੂ ਤੇ। ਗੁਰੂ ਤੇ ਸ਼ਰਧਾ, ਗੁਰੂ ਤੇ ਭਰੋਸਾ, ਗੁਰੂ ਤੇ ਯਕੀਨ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਸ਼ਰਧਾ, ਮੇਰੇ ਗੁਰੂ ਬਿਨਾ ਮੇਰਾ ਕੋਈ ਨਹੀਂ। ਅੱਜ ਸ਼ੰਕਾ ਦਾ ਯੁੱਗ ਹੈ, ਤਰਕ ਦਾ ਯੁੱਗ ਹੈ। ਹਰ ਗੱਲ ਨੂੰ ਤਰਕ ਨਾਲ, ਸ਼ੰਕੇ ਨਾਲ ਵੇਖਦੇ ਨੇ। ਜਿੱਥੇ ਸ਼ੰਕਾ ਹੋਵੇਗੀ ਉੱਥੇ ਸ਼ਰਧਾ ਨਹੀਂ ਹੋਵੇਗੀ, ਉੱਥੋਂ ਸ਼ਰਧਾ ਚਲੀ ਜਾਏਗੀ। ਸ਼ੰਕਾ ਤੇ ਸ਼ਰਧਾ ਦੋਨਾਂ ਦਾ ਮੇਲ ਹੀ ਨਹੀਂ ਹੈ। ਜਾਂ ਸ਼ਰਧਾ ਰਹੇਗੀ ਜਾਂ ਸ਼ੰਕਾ ਰਹੇਗਾ। ਤੋ ਗੁਰਸਿੱਖ ਦਾ ਹਿਰਦਾ ਆਪਣੇ ਗੁਰੂ ਤੇ ਸ਼ਰਧਾ ਰੱਖਦਾ। ਉਹਦੇ ਅੰਦਰ ਆਪਣੇ ਗੁਰੂ ਤੇ ਸ਼ੰਕਾ ਨਹੀਂ, ਸ਼ਰਧਾ ਹੈ। ਤੇ ਸ਼ਰਧਾ ਕਹਿੰਦੀ ਹੈ ਕਿ ਮੇਰੇ ਗੁਰੂ ਦੇ ਚਰਨਾਂ ਨਾਲ ਮੱਕਾ ਫਿਰ ਸਕਦਾ ਹੈ। ਸ਼ਰਧਾ ਕਹਿੰਦੀ ਹੈ ਕਿ ਮੇਰਾ ਗੁਰੂ ਪੰਜਾਂ ਦੇ ਸਿਰ ਧੜਾਂ ਤੋਂ ਲਾਹ ਕੇ ਮੁੜ ਕੇ ਉਹਨਾਂ ਨਾਲ ਜੋੜ ਕੇ ਉਹਨਾਂ ਨੂੰ ਜੀਵਤ ਕਰ ਸਕਦਾ ਹੈ। ਸ਼ਰਧਾ ਕਹਿੰਦੀ ਹੈ ਕਿ ਮੇਰਾ ਗੁਰੂ ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਨੂੰ ਗੀਤਾ ਦੇ ਅਰਥ ਕਰਨ ਲਾ ਸਕਦਾ ਹੈ। ਸ਼ਰਧਾ ਕਹਿੰਦੀ ਹੈ ਕਿ ਮੇਰਾ ਗੁਰੂ ਪਿੰਗਲਿਆਂ ਨੂੰ ਪਰਬਤ ਤੇ ਚੜ੍ਹਨ ਯੋਗ ਕਰ ਸਕਦਾ ਹੈ। ਪਰ ਸ਼ੰਕਾ ਨਹੀਂ ਕਹੇਗਾ। ਸ਼ੰਕਾ ਕਹੇਗੀ ਇਹ ਕਿਵੇਂ ਹੋ ਸਕਦਾ ਹੈ, ਗੂੰਗਾ ਕਿਵੇਂ ਬੋਲ ਸਕਦਾ ਹੈ, ਮਰਿਆ ਕਿਵੇਂ ਜੀਵਤ ਹੋ ਸਕਦਾ ਹੈ, ਮੱਕਾ ਕਿਵੇਂ ਫਿਰ ਸਕਦਾ ਹੈ।
ਕਾਬਾ ਕਿਵੇਂ ਫਿਰ ਸਕਦਾ ਹੈ? ਸ਼ੰਕਾ ਨੇ ਸਵਾਲ ਕਰਨੇ ਤੇ ਸ਼ਰਧਾ ਕਹਿੰਦੀ ਹੋ ਸਕਦਾ ਹੈ। ਮਹਾਰਾਜ ਜੀ ਕਹਿੰਦੇ ਮੇਰੇ ਮਨ ਵਿੱਚ ਆਪਣੇ ਗੁਰੂ ਦੇ ਚਰਨਾਂ ਤੇ ਇੱਕ ਸ਼ਰਧਾ ਉਪਜੀ ਹੈ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ। ਹਰੀ ਦੇ ਗੁਣ ਕਹਿੰਦਾ ਹਾਂ, ਮੈਂ ਹਰੀ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ ਔਰ ਉਹਦੇ ਗੁਣ ਗਾਉਂਦਾ ਗਾਉਂਦਾ ਰੱਜਦਾ ਨਹੀਂ ਹਾਂ, ਤ੍ਰਿਪਤ ਨਹੀਂ ਹੁੰਦਾ। ਜਿੰਨੇ ਗੁਣ ਗਾਉਂਦਾ ਹਾਂ ਮਨ ਕਰਦਾ ਹੋਰ ਗਾਵਾਂ ਹੋਰ ਗਾਵਾਂ ਹੋਰ ਗਾਵਾਂ। ਉਹਦੀ ਸਿਫਤ ਦਿਨ ਰਾਤ ਗਾਈ ਜਾਵਾਂ, ਦਿਨ ਰਾਤ ਅਰਾਧੀ ਜਾਵਾਂ, ਧਿਆਈ ਜਾਵਾਂ। ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਕਹਿੰਦਿਆਂ ਮੈਂ ਤ੍ਰਿਪਤ ਨਹੀਂ ਹੁੰਦਾ। ਪਰਮ ਬੈਰਾਗ ਨਿਤ ਨਿਤ ਹਰਿ ਧਿਆਏ, ਮੈਂ ਹਰ ਗੁਣ ਕਹਤੇ ਭਾਵਨੀ ਕਹੀਆ। ਮੈਂ ਆਪਣੇ ਹਿਰਦੇ 'ਚ ਪਰਮ ਵਿਰਾਗ ਨੂੰ ਧਾਰਨ ਕਰਕੇ ਨਿਤ ਧਿਆਉਂਦਾ ਹਾਂ ਹਰੀ ਨੂੰ, ਨਿਤ ਆਰਾਧਦਾ ਪਰਮ ਵਿਰਾਗ ਸਹਿਤ। ਹਰੀ ਦੇ ਗੁਣ ਕਹਿੰਦਾ ਹਾਂ ਔਰ ਭਾਵਨਾ ਨਾਲ ਕਹਿੰਦਾ। ਜਿਹੜਾ ਵੀ ਗੁਣ ਕਹੋ ਪਰਮੇਸ਼ਰ ਦਾ ਭਾਵਨਾ ਪੂਰਵਕ ਢੰਗ ਨਾਲ ਕਹੋ। ਭਾਵਨਾ ਜਿਤਨੀ ਪ੍ਰਬਲ ਹੋਵੇਗੀ ਪਰਮੇਸ਼ਰ ਦੇ ਉਸ ਗੁਣ ਨੂੰ ਕਹਿਣ ਦਾ ਉਤਨਾ ਹੀ ਵੱਧ ਸਵਾਦ ਆਵੇਗਾ, ਉਤਨਾ ਹੀ ਵੱਧ ਰਸ ਆਵੇਗਾ। ਭਾਵਨਾ ਜਿਤਨੀ ਪ੍ਰਬਲ ਹੋਵੇਗੀ ਪਰਮੇਸ਼ਰ ਦਾ ਗੁਣ ਕਹਿਣ ਵਿੱਚ ਉਤਨਾ ਹੀ ਵੱਧ ਰਸ ਆਵੇਗਾ। ਭਾਵਨਾ ਬਿਨਾਂ ਗੱਲ ਨਹੀਂ। ਭਾਵਨਾ ਬਣ ਜਾਏ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਸਾਡੀ ਭਾਵਨਾ ਬਣਾਓ ਆਪਣੇ ਚਰਨਾਂ ਤੇ, ਆਪਣੇ ਚਰਨਾਂ ਤੇ ਭਾਵਨਾ ਬਣਾਓ। ਦਇਆ ਕਰੋ ਮਹਾਰਾਜ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਕਹਿੰਦਾ ਹਾਂ ਔਰ ਭਾਵਨਾ ਨਾਲ ਕਹਿੰਦਾ। ਹਰ ਗੁਣ ਕਹਤੇ ਭਾਵਨੀ ਕਹੀਆ। ਜਦੋਂ ਕੋਈ ਭਾਵ ਪੂਰਵਕ ਢੰਗ ਨਾਲ ਆਪਣੇ ਹਿਰਦੇ ਨੂੰ ਪਰਮੇਸ਼ਰ ਦੇ ਸੰਪੂਰਨ ਭਾਵ ਨਾਲ ਭਰ ਕੇ ਉਹਦਾ ਨਾਮ ਲੈਂਦਾ ਹੈ ਤਾਂ ਸੁਣਦਿਆਂ ਸਾਰ ਉਹ ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਆ, ਸਾਖਸ਼ਾਤਕਾਰ ਹੋ ਜਾਂਦੇ। ਮਹਾਰਾਜ ਹੁਣ ਤੁਹਾਡੇ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਝਟ ਪ੍ਰਗਟ ਹੋ ਜਾਂਦੇ। ਤੋ ਮੈਂ ਜਿਤਨੇ ਵੀ ਗੁਣ ਕਹਿਣਾ ਹਾਂ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਹੇ ਪ੍ਰਭੂ ਮੈਂ ਹਰ ਇੱਕ ਗੁਣ ਭਾਵਨਾ ਨਾਲ ਕਹਿੰਦਾ ਹਾਂ। ਹਾਂਜੀ, ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੈ ਪਰੈ ਪਰਈਆ। ਬਾਰ ਬਾਰ ਖਿਨ ਖਿਨ ਪਲ ਪਲ ਮੈਂ ਤੁਹਾਡੇ ਗੁਣਾਂ ਨੂੰ ਕਹਿੰਦਾ। ਹਰ ਪਾਰ ਨਾ ਪਾਵੈ ਪਰੈ ਪਰਈਆ। ਹੇ ਹਰੀ, ਜੇ ਤੇਰੇ ਗੁਣਾਂ ਨੂੰ ਕਹਿੰਦਾ ਹਾਂ ਤੇ ਇਹਦਾ ਮਤਲਬ ਇਹ ਨਹੀਂ ਕਿ ਤੇਰਾ ਪਾਰਾਵਾਰ ਪਾਉਣ ਵਾਸਤੇ ਕਹਿੰਦਾ। ਜਿਤਨੇ ਵੀ ਗੁਣ ਕਹਿੰਦਾ ਹਾਂ ਕਹਿਣ ਤੋਂ ਬਾਅਦ ਇਹੀ ਸਮਝਦਾ ਕਿ ਤੇਰਾ ਪਾਰਵਾਰਾ ਨਹੀਂ, ਤੇਰਾ ਪਾਰਵਾਰ ਨਹੀਂ, ਤੂੰ ਪਾਰੋਰਾਰ ਤੋਂ ਪਰੇ ਹੈ, ਪਰੇ ਤੋਂ ਪਰੇ ਹੈ। ਸਾਸਤ ਵੇਦ ਪੁਰਾਣ ਪੁਕਾਰ ਹੈ,
ਧਰਮ ਕਰਹੁ ਖਟ ਕਰਮ ਦਿਰੜਾਈਆ। 6 ਸ਼ਾਸਤਰ 4 ਵੇਦ 18 ਪੁਰਾਣ ਪੁਕਾਰ ਪੁਕਾਰ ਕੇ ਕਹਿੰਦੇ ਉਹ ਧਰਮੀ ਬਣੋ, ਆ ਧਰਮ ਛੱਡੋ, ਧਰਮ ਦ੍ਰਿੜੋ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਵੇਦ ਪੁਰਾਣ ਸਭ ਕਹਿ ਰਹੇ ਨੇ ਧਰਮ ਦ੍ਰਿੜੋ, ਧਰਮ ਕਰੋ, ਧਰਮੀ ਹੋਵੋ, ਧਰਮ ਕਰੋ, ਧਰਮ ਦ੍ਰਿੜੋ। ਉਹ 6 ਪ੍ਰਕਾਰ ਦੇ ਕਰਮ ਵੀ ਦ੍ਰਿੜ ਕਰਾਉਂਦੇ ਨੇ, ਕਿਉਂਕਿ ਧਰਮ ਕਰਮ ਹੈ ਤੇ ਕਰਮ ਧਰਮ ਹੈ। ਜਿਸ ਨੂੰ ਗ੍ਰਹਿਣ ਕਰ ਲੋ ਧਰਮ ਹੈ, ਜਿਸ ਨੂੰ ਗ੍ਰਹਿਣ ਨਾ ਕਰੋ ਧਰਮ ਨਹੀਂ ਹੈ। ਹਾਂਜੀ। ਮਨ ਮੁਖ ਪਾਖੰਡ ਭਰਮ ਵਿਗੂਤੇ, ਲੋਭ ਲਹਿਰ ਨਾਵ ਭਾਰ ਬੁਢਈਆ। ਜਿਹੜਾ ਮਨਮੁਖ ਹੈ ਉਹ ਪਖੰਡ ਕਰਦਾ ਹੈ, ਭਰਮ ਚ ਖੁਆਰ ਹੁੰਦਾ ਹੈ, ਉਹਦੇ ਅੰਦਰ ਲੋਭ ਇਤਨਾ ਪ੍ਰਬਲ ਹੁੰਦਾ ਹੈ ਕਿ ਉਸ ਲੋਭ ਦੀਆਂ ਲਹਿਰਾਂ ਵਿੱਚ ਉਹਦੀ ਜ਼ਿੰਦਗੀ ਦੀ ਕਿਸ਼ਤੀ ਡੁੱਬ ਜਾਂਦੀ ਹੈ। ਲੋਭ। ਬਨਾਰਸ ਤੋਂ 12 ਕਿਲੋਮੀਟਰ ਦੀ ਵਿੱਥ ਤੇ ਇੱਕ ਨਗਰ ਵਿੱਚ ਇੱਕ ਪੁਰਸ਼ ਰਹਿੰਦਾ ਹੈ, ਬੜਾ ਲੋਭੀ, ਇਤਨਾ ਲੋਭੀ ਕਿ ਕਦੇ ਦਾਨ ਕਰਨ ਦੀ ਸੋਚਦਾ ਵੀ ਨਹੀਂ, ਕਰਨਾ ਤਾਂ ਪਾਸੇ। ਕੰਜੂਸ ਇਤਨਾ, ਲੋਭੀ ਇਤਨਾ ਕਿ ਹਰ ਵੇਲੇ ਧਨ ਦਾ ਚਿੰਤਨ। ਮਹਾਰਾਜ ਜੀ ਦੇ ਬਚਨ ਨੇ, ਜੋ ਲੋਭੀ ਹੈ ਧਨ ਦਾਨ, ਲੋਭੀ ਨੂੰ ਧਨ ਨਾਲ ਪ੍ਰੇਮ ਹੈ। ਇਹਦੀ ਕੰਜੂਸੀ ਵੇਖ ਕੇ, ਧਨ ਪ੍ਰਤੀ ਲੋਭ ਵੇਖ ਕੇ ਲੋਕਾਂ ਨੇ ਵਿਅੰਗ ਵਾਸਤੇ ਹਾਸੀ ਕਰਦਿਆਂ ਇਹਦਾ ਨਾਮ ਰੱਖ ਦਿੱਤਾ ਦਾਨਵੀਰ। ਲੋਕ ਇਹਨੂੰ ਦਾਨਵੀਰ ਕਹਿਣ ਲੱਗ ਪਏ। ਕਹਿੰਦੇ ਦਾਨਵੀਰ ਕਿਉਂਕਿ ਵਿਅੰਗ ਵਿੱਚ ਉਲਟਾ ਨਾਮ ਰੱਖ ਦਿੱਤਾ, ਹਾਸੀ ਵਿੱਚ। ਇਹਦੀ ਘਰਵਾਲੀ ਕੁਝ ਧਰਮੀ ਖਿਆਲਾਤਾਂ ਦੀ ਸੀ, ਕਹਿਣ ਲੱਗੀ ਪਤੀ ਦੇਵ, ਦੂਰੋਂ ਦੂਰੋਂ ਲੋਕ ਬਨਾਰਸ ਜਾਂਦੇ ਆ, ਗੰਗਾ ਵਿੱਚ ਨਹਾਉਂਦੇ ਆ, ਤੂੰ ਇੱਥੋਂ 12 ਕਿਲੋਮੀਟਰ ਦੀ ਵਿੱਥ ਤੇ ਬੈਠਾ, ਉੱਥੇ ਜਾ ਕੇ ਕਦੇ ਨਹਾ ਕੇ ਨਹੀਂ ਆਇਆ। ਉੱਥੇ ਜਾ ਕੇ ਇਸ਼ਨਾਨ ਕਰ ਲੈ, ਜੇ ਕਦੇ ਦਾਨ ਨਹੀਂ ਕਰਨਾ ਘੱਟੋ ਘੱਟ ਇਸ਼ਨਾਨ ਦਾ ਹੀ ਪੁੰਨ ਖੱਟ ਲੈ। ਕਹਿੰਦਾ ਉੱਥੇ ਇਸ਼ਨਾਨ ਕਰਨ ਜਾਈਏ ਤੇ ਪੰਡੇ ਖੜੇ ਹੁੰਦੇ ਨੇ, ਉਹ ਦਾਨ ਮੰਗਦੇ, ਮੈਂ ਨਹੀਂ ਜਾ ਸਕਦਾ। ਘਰਵਾਲੀ ਦੇ ਬਾਰ-ਬਾਰ ਕਹਿਣ ਤੇ ਇੱਕ ਦਿਨ ਚਲਾ ਗਿਆ, ਪੈਦਲ ਚੱਲ ਕੇ ਗਿਆ। ਕੰਜੂਸ ਇਤਨਾ ਸੀ ਕਿ ਪੈਸਾ ਨਹੀਂ ਖਰਚਿਆ, ਜੇ ਸਵਾਰੀ ਕਰਦਾ ਤੇ ਉਹਨੂੰ ਪੈਸੇ ਦੇਣੇ ਪੈਂਦੇ। 12 ਕਿਲੋਮੀਟਰ ਪੈਦਲ ਹੀ ਟੁਰਦਾ ਗਿਆ। ਹੁਣ ਉੱਥੇ ਬਨਾਰਸ ਵਿੱਚ 80 ਘਾਟ ਨੇ, ਹਰ ਘਾਟ ਤੇ ਪੰਡਤ ਸੀ, ਇਹਨੂੰ ਪਤਾ ਸੀ। ਕਹਿੰਦਾ ਇਹੋ ਜਿਹੇ ਘਾਟ ਤੇ ਜਾਈਏ ਜਿੱਥੇ ਕੋਈ ਬੰਦਾ ਨਾ ਮਿਲੇ, ਕੋਈ ਪੰਡਾ ਨਾ ਮਿਲੇ ਜਿਹੜਾ ਦਾਨ ਮੰਗੇ। ਮੁਰਦਾ ਘਾਟ ਤੇ ਚਲਾ ਗਿਆ ਵੀ ਉੱਥੇ ਕੋਈ ਦਾਨ ਨਹੀਂ ਮੰਗੇਗਾ, ਕੋਈ ਪੰਡਾ ਨਹੀਂ ਆਵੇਗਾ। ਮੁਰਦਾ ਘਾਟ ਤੇ ਚਲਾ ਗਿਆ। ਮੁਰਦਾ ਘਾਟ ਤੇ ਤਾਂ ਕਦੇ ਕੋਈ ਆਉਂਦਾ ਸੀ, ਕਦੇ ਕੋਈ ਮਰਦਾ ਸੀ ਤੇ ਉੱਥੇ ਪਹੁੰਚਦਾ ਸੀ। ਗਿਆ, ਉੱਥੇ ਬਿਲਕੁਲ ਸ਼ਾਂਤੀ, ਕੋਈ ਵੀ ਨਹੀਂ ਸੀ। ਗੰਗਾ ਦੇ ਪਾਣੀ ਵਿੱਚ ਚੁਬਕੀ ਮਾਰੀ, ਸੱਜੇ ਖੱਬੇ ਵੇਖ ਕੇ ਕੋਈ ਪੰਡਾ ਖੜਾ ਤਾਂ ਨਹੀਂ, ਕਿਉਂਕਿ ਜਦੋਂ ਬਾਹਰ ਨਿਕਲਾਂਗਾ ਮੈਨੂੰ ਵੇਖਦਿਆਂ ਉਹਨੇ ਕਹਿਣਾ ਜਜਮਾਨ ਜੈ ਹੋਵੇ, ਤੇ ਦਾਨ ਦੇਣਾ ਪਵੇਗਾ। ਪੂਰਨ ਤੌਰ ਤੇ ਚਾਰੇ ਪਾਸੇ ਨਿਗਾਹ ਦੌੜਾਈ, ਕੋਈ ਨਹੀਂ ਸੀ। ਗੰਗਾ ਦੇ ਪਾਣੀ 'ਚ ਚੁੱਭੀ ਮਾਰੀ। ਉਧਰੋਂ ਭਗਵਾਨ ਨੇ ਆਖਿਆ ਵੀ ਚਲੋ ਇਹਦੇ ਨਾਲ ਵਿਨੋਦ ਕਰੀਏ। ਭਗਵਾਨ ਜੀ ਉਸੇ ਮੁਰਦਾ ਘਾਟ ਦੇ ਉੱਤੇ ਆਣ ਪਹੁੰਚੇ। ਜਦੋਂ ਚੁੱਭੀ ਮਾਰੀ ਸੀ ਕੋਈ ਨਹੀਂ ਸੀ। ਬਾਹਰ ਨਿਕਲਿਆ, ਚੁੱਭੀ ਮਾਰਦਿਆਂ ਸਾਰ ਕੀ ਵੇਖਦਾ ਕਿ ਭਗਵਾਨ ਜਿਹੜਾ ਸੀ ਉਹ ਪੰਡੇ ਦੇ ਰੂਪ ਵਿੱਚ ਉੱਥੇ ਆਇਆ ਹੋਇਆ ਤੇ ਕਹਿਣ ਲੱਗਾ ਜਜਮਾਨ ਜੈ ਹੋਵੇ। ਮੱਥੇ ਤੇ ਹੱਥ ਮਾਰ ਕੇ ਕਹਿੰਦਾ ਇਹ ਕਿੱਥੋਂ ਆ ਗਿਆ?
ਇਹਨੂੰ ਦਾਨ ਕਰਨਾ ਪਵੇਗਾ। ਉਹ ਆਖੇ ਜਜਮਾਨ ਜੈ ਹੋਵੇ। ਉਹ ਕਹਿੰਦਾ ਤੂੰ ਇਹ ਘਟੋ ਘੱਟ ਇਹ ਘਾਟ ਤਾਂ ਛੱਡ ਦੇਣਾ ਸੀ ਮੰਗਣ ਤੋਂ ਬਿਨਾਂ। ਉਹ ਕਹਿੰਦਾ ਮੈਂ ਹਾਂ ਸੰਤੋਖੀ ਬ੍ਰਾਹਮਣ, ਸੰਤੋਖੀ ਪੰਡਤ, ਇੱਥੇ ਹੀ ਰਹਿਣਾ। ਇੱਥੇ ਕਦੇ ਕੋਈ ਤੇਰੇ ਵਰਗਾ ਆਉਂਦਾ ਉਹਦੇ ਕੋਲੋਂ ਦਾਨ ਲੈਣਾ ਹੈ। ਅੱਜ ਤੂੰ ਆਇਆ ਮੈਨੂੰ ਦਾਨ ਦੇ। ਹੁਣ ਉਹ ਪੰਡਾ ਸੀ ਭਗਵਾਨ। ਦਾਨ ਦਿਓ। ਕਹਿੰਦਾ ਕਦੇ ਕਦੇ ਤੇਰੇ ਵਰਗਾ ਕੋਈ ਪੰਡਾ, ਤੇਰੇ ਵਰਗਾ ਕੋਈ ਜਜਮਾਨ ਆਉਂਦਾ ਤੇ ਮੈਂ ਉਹਦੇ ਕੋਲੋਂ ਦਾਨ ਲੈਣਾ, ਮੈਨੂੰ ਸਾਲ ਭਰ ਦਾ ਰਾਸ਼ਨ ਲੈ ਕੇ ਦੇ ਜਾਂਦਾ। ਉਹ ਅੱਗੋਂ ਜਿਹੜਾ ਦਾਨਵੀਰ ਸੀ, ਨਾਮ ਦਾ ਹੀ ਦਾਨਵੀਰ ਸੀ, ਕਹਿਣ ਲੱਗਾ ਪੰਡਿਆ ਕੁਝ ਹੋਸ਼ ਕਰ, ਸਾਲ ਭਰ ਦਾ ਮੈਂ ਨਹੀਂ ਕੁਝ ਦੇ ਸਕਦਾ, ਮੈਂ ਅੱਜ ਤੱਕ ਦਿੱਤਾ ਹੀ ਨਹੀਂ ਕਦੇ ਕੁਝ। ਉਹ ਕਹਿਣ ਲੱਗਾ ਵੀ ਮੈਂ ਤੈਨੂੰ ਦਿੱਤੇ ਬਿਨਾਂ ਜਾਣ ਨਹੀਂ ਦੇਣਾ, ਅੱਜ ਤਾਂ ਦੇਣਾ ਪਵੇਗਾ ਦਾਨ। ਉਹ ਕਹੇ ਮੈਂ ਨਹੀਂ ਦੇ ਸਕਦਾ। ਅਖੀਰ ਗੱਲ ਹੋਈ, ਉਹ ਪੰਡਾ ਕਹਿਣ ਲੱਗਾ ਚੱਲ ਉਧਾਰ ਵਜੋਂ ਦੇ ਦੇਈਂ, ਜਦੋਂ ਕਿਤੇ ਮੇਰੇ ਕੋਲ ਆ ਗਏ ਤੈਨੂੰ ਮੋੜ ਦਿਆਂਗਾ। ਉਹ ਕਹਿੰਦਾ ਫਿਰ ਸਾਲ ਭਰ ਦਾ ਨਹੀਂ, ਕਹਿੰਦਾ ਕੁਝ ਵੀ ਦੇ ਦੇ, ਉਧਾਰ ਸਮਝ ਕੇ ਹੀ ਦੇ ਦੇ। ਕਹਿੰਦਾ ਹੁਣ ਤਾਂ ਮੈਂ ਲਿਆਇਆ ਨਹੀਂ, ਜੇਬ ਵਿੱਚ ਕੁਝ ਹੈ ਨਹੀਂ। ਉਹ ਕਹਿੰਦਾ ਇੱਥੇ ਚੂੜੀ ਭਰ ਕੇ ਸੰਕਲਪ ਕਰਕੇ ਕਹਿ ਦੇ ਕਿ ਮੈਂ ਇੱਕ ਧੇਲਾ ਤੈਨੂੰ ਦਿਆਂਗਾ। ਅਖੀਰ ਉਹਨੇ ਉੱਥੋਂ ਸੰਕਲਪ ਕਰਵਾ ਲਿਆ, ਚੂੜੀ ਦੇ ਕੇ। ਬ੍ਰਾਹਮਣ ਸੰਕਲਪ ਕਰਾਉਂਦੇ ਆ। ਦਾਨਵੀਰ ਨੇ ਸੰਕਲਪ ਕਰ ਦਿੱਤਾ ਵੀ ਇੱਕ ਧੇਲਾ ਤੈਨੂੰ ਦਿਆਂਗਾ ਪਰ ਉਧਾਰ। ਉਹਦੇ ਤੋਂ ਜਾਨ ਛੁਡਾ ਕੇ ਦਾਨਵੀਰ ਵਾਪਸ ਫਿਰ 12 ਕਿਲੋਮੀਟਰ ਤੁਰ ਕੇ ਘਰ। ਸਵਾਰੀ ਨਹੀਂ ਕੋਈ ਕੀਤੀ, ਪੈਸਾ ਦੇਣਾ ਪਵੇਗਾ। ਥੱਕਿਆ ਟੁੱਟਿਆ ਘਰ ਪਹੁੰਚਿਆ, ਹਾਲੇ ਮੰਜੇ ਤੇ ਪਿਆ ਹੀ ਸੀ। ਇਹਨੇ ਨੂੰ ਦਰਵਾਜ਼ੇ ਤੇ ਆਵਾਜ਼ ਮਾਰੀ, ਜਜਮਾਨ ਤੇਰੀ ਜੈ ਹੋਵੇ। ਘਰਵਾਲੀ ਨੂੰ ਕਹਿੰਦਾ ਵੀ ਵੇਖ ਕੌਣ ਹੈ। ਉਹ ਬਾਹਰ ਆਈ, ਪਤਾ ਕਰਕੇ ਆ ਕੇ ਕਹਿੰਦੀ ਦਾਨਵੀਰ ਕਿਸੇ ਪੰਡੇ ਨੂੰ ਕੁਝ ਦੇਣ ਦਾ ਸੰਕਲਪ ਕਰਕੇ ਆਏ ਸੀ। ਕਹਿੰਦਾ ਆ ਵੀ ਗਿਆ, ਮੈਂ ਤਾਂ ਹਾਲੇ ਹੁਣ ਥੱਕਿਆ ਟੁੱਟਿਆ ਪਹੁੰਚਿਆ, ਉਹ ਪਹੁੰਚ ਵੀ ਗਿਆ ਮੇਰੇ ਆਉਣ ਤੋਂ ਪਹਿਲਾਂ। ਕਹਿਣ ਲੱਗਾ ਮੈਂ ਨਹੀਂ ਮਿਲਣਾ ਉਹਨੂੰ। ਉਸ ਪੰਡੇ ਨੂੰ ਜਾ ਕੇ ਆਖ ਕਿ ਸੇਠ ਜੀ ਬਿਮਾਰ ਪਏ ਹੋਏ ਨੇ। ਘਰਵਾਲੀ ਬਾਹਰ ਆਈ, ਕਹਿਣ ਲੱਗੀ ਪੰਡਤ ਜੀ ਸੇਠ ਜੀ ਬਿਮਾਰ ਨੇ। ਹੁਣ ਉਹ ਪੰਡਾ ਵੀ ਭਗਵਾਨ ਸੀ, ਉਹਨੂੰ ਛੱਡਣਾ ਕਿੱਥੇ ਔਖਾ ਸੀ, ਸੌਖਾ ਸੀ। ਉਹ ਵੀ ਕਹਿਣ ਲੱਗਾ ਕੋਈ ਗੱਲ ਨਹੀਂ, ਜੇ ਮੇਰਾ ਜਜਮਾਨ ਬਿਮਾਰ ਹੈ ਤੇ ਮੈਂ ਇੱਥੋਂ ਏਦਾਂ ਚਲਾ ਜਾਵਾਂ ਯੋਗ ਨਹੀਂ, ਜਿੰਨਾ ਚਿਰ ਉਹ ਠੀਕ ਨਹੀਂ ਹੁੰਦਾ ਮੈਂ ਇੱਥੇ ਹੀ ਰਵਾਂਗਾ। ਏਦਾਂ ਕਰ ਵੀ ਮੇਰੇ ਲਈ ਕੁਝ ਰਾਸ਼ਨ ਲਿਆ, ਮੈਂ ਇੱਥੇ ਪੱਕਾ ਸਿੱਧਾ ਆਪਣਾ ਬਣਾ ਕੇ ਛਕ ਲਿਆ ਕਰਾਂਗਾ। ਉਹ ਸਠਾਣੀ ਅੰਦਰ ਆਈ, ਕਹਿਣ ਲੱਗੀ ਮਹਾਰਾਜ ਸੇਠ ਜੀ ਪਤੀ ਦੇਵ ਜੀ, ਉਹ ਪੰਡਾ ਤਾਂ ਕਹਿੰਦਾ ਹੈ ਮੈਂ ਇੱਥੇ ਉਦੋਂ ਤੱਕ ਟਿਕਾਣਾ ਰੱਖੂੰਗਾ ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦਾ। ਤੇ ਉਹ ਤਾਂ ਰਾਸ਼ਨ ਮੰਗ ਰਿਹਾ, ਧੇਲੇ ਨਾਲੋਂ ਮਹਿੰਗਾ ਪੈ ਜਾਣਾ। ਕਹਿੰਦਾ ਜਾ ਉਹਨੂੰ ਜਾ ਕੇ ਕਹਿ ਦੇ ਵੀ ਉਹ ਮਰ ਗਿਆ ਸੇਠ, ਉਹਦੀ ਹੁਣੇ ਹੁਣੇ ਬਿਮਾਰੀ ਨਾਲ ਮੌਤ ਹੋ ਗਈ। ਉਹ ਕਹਿੰਦੀ ਹਾਂ। ਕਹਿੰਦਾ ਕਹਿਣਾ ਹੀ ਹੈ। ਉਹ ਫਿਰ ਆਇਆ, ਬਾਹਰ ਆ ਕੇ ਕਹਿਣ ਲੱਗੀ ਪੰਡਤ ਜੀ, ਨਾਲੇ ਥੋੜਾ ਜਿਹਾ ਰੋਂਦੀ ਜੀ ਹੋਈ ਵੀ ਉਹ ਤਾਂ ਸੇਠ ਜੀ ਤਾਂ ਬਿਮਾਰੀ ਨਾਲ ਚੱਲ ਬਸੇ। ਓਹੋ, ਅੱਗੋਂ ਪੰਡਤ ਜੀ ਵੀ ਕਹਿਣ ਲੱਗੇ ਜਜਮਾਨ ਦੀ ਮੌਤ ਹੋ ਗਈ ਆ ਨਗਰ ਦੇ ਵਿੱਚ, ਤੂੰ ਕਿੱਥੇ ਐਡੇ ਵੱਡੇ ਨਗਰ 'ਚ ਕਿਹਨੂੰ ਕਿਹਨੂੰ ਕਹਿੰਦੀ ਫਿਰੇਂਗੀ? ਮੈਂ ਹੀ ਜਾ ਕੇ ਸਾਰਿਆਂ ਨੂੰ ਕਹਿ ਆਉਣਾ ਵੀ ਸੇਠ ਜੀ ਦੀ ਮੌਤ ਹੋ ਗਈ ਹੈ, ਸਾਰੇ ਆ ਜਾਣਗੇ। ਇਹ ਕਹਿੰਦੇ ਆ ਭਗਵਾਨ ਜੀ ਜਿਹੜੇ ਸੇਠ ਉੱਥੇ ਪੰਡੇ ਦੇ ਰੂਪ ਵਿੱਚ ਆਏ ਹੋਏ ਚਲੇ ਗਏ। ਉਹ ਆਵਾਜ਼ਾਂ ਮਾਰੇ ਠਹਿਰੋ, ਪਰ ਇਤਨੇ ਨੂੰ ਸਾਰੇ ਪਾਸੇ ਵਿਆਪਕ ਹੋ ਕੇ ਕੱਲੇ ਕੱਲੇ ਘਰ ਵਿੱਚ ਸੱਦਾ ਮਿੰਟਾਂ ਸਕਿੰਟਾਂ 'ਚ ਹੀ ਪਹੁੰਚ ਗਿਆ ਕਿ ਸੇਠ ਜੀ ਚੱਲ ਬਸੇ ਨੇ, ਦਾਨਵੀਰ ਜੀ ਚੱਲ ਬਸੇ ਨੇ। ਲੋਕ ਆ ਕੇ ਇਕੱਠੇ ਹੋ ਗਏ। ਇਹ ਵੀ ਇੰਨਾ ਢੀਠ, ਸਾਹ ਰੋਕ ਕੇ ਪਿਆ ਰਿਹਾ। ਲੋਕਾਂ ਨੇ ਚੁੱਕ ਕੇ ਫੱਟੇ ਤੇ ਪਾ ਲਿਆ।
ਲੈ ਕੇ ਜਾਣ ਲੱਗੇ ਤੇ ਪਿੱਛੋਂ ਇਹਦੀ ਭਾਗਵਾਨ ਆਵਾਜ਼ ਮਾਰ ਕੇ ਕਹਿੰਦੀ ਇਹ ਮਰਿਆ ਨਹੀਂ। ਲੋਕ ਕਹਿੰਦੇ ਆ ਤੇਰੇ ਮਨ ਦਾ ਮੋਹ ਹੈ, ਦਾਨਵੀਰ ਤਾਂ ਹੁਣ ਚੱਲ ਬਸਿਆ, ਪਰ ਤੂੰ ਮੰਨਦੀ ਨਹੀਂ ਉਹ ਮਰਿਆ ਨਹੀਂ। ਉਹ ਵੀ ਨਹੀਂ ਉੱਠਿਆ, ਕਹਿਣ ਲੱਗਾ ਵੀ ਜਦੋਂ ਤੱਕ ਧੇਲਾ ਨਹੀਂ ਮੈਂ ਦੇਣਾ, ਭਾਵੇਂ ਮੈਨੂੰ ਜਿਉਂਦੇ ਨੂੰ ਸਾੜ ਦੇਣਾ। ਜੋ ਲੋਭੀਆ ਧਨ ਦਾਨ, ਦਾਨ ਨਹੀਂ ਜੇ ਕਰਨਾ, ਭਾਵੇਂ ਮੈਨੂੰ ਜਿਉਂਦੇ ਨੂੰ ਸੜਨਾ ਕਿਉਂ ਨਾ ਪੈ ਜਾਏ, ਮੈਂ ਦੇਣਾ ਨਹੀਂ। ਆਖੀਰ ਨੂੰ ਚਿਖਾ ਦੇ ਉੱਤੇ ਇਹਨੂੰ ਲਿਟਾ ਦਿੱਤਾ। ਹੁਣ ਉਹ ਜਿਹੜਾ ਭਗਵਾਨ ਪੰਡਾ ਬਣ ਕੇ ਆਇਆ ਸੀ ਉਹ ਵੀ ਬੇਵੱਸ ਜਿਹਾ ਹੋਇਆ, ਕਹਿੰਦਾ ਵੀ ਕਿਹੋ ਜਿਹਾ ਢੀਠ ਆਦਮੀ ਹੈ। ਉਹਦੇ ਕੰਨ ਦੇ ਵਿੱਚ ਆ ਕੇ, ਚਿਖਾ ਦੇ ਉੱਤੇ ਪਏ ਹੋਏ ਦੇ ਕੰਨ ਦੇ ਵਿੱਚ ਆ ਕੇ ਕਹਿਣ ਲੱਗਾ, दानवीर तेरे प्रेम में बैकुंठ दीनो छोड़। हे दानवीर मैं तेरे प्रेम च बैकुंठ छड्ड के आ गया। दानवीर अखां तां बंद सी, सुन रहा भी ये तां भगवान है। अखां खोलियां, वेख्या ये तां उही पंडा है। फिर अखां बंद कर लईआं भी ये तां उही पंडा जिहनूं धेला देण दा संकल्प कीता सी। मुड़ के फिर अखां बंद कर लईआं। हुण वो पंडा जो भगवान ही सी वो भी हैरान है, कितना प्रेम है धन नाल। भी मैं दस भी दिता भगवान आ, फिर अखां बंद कर लईआं ने समझ के भी तां उही पंडा भगवान थोड़ी है। अखीर नूं उहनूं कंन च कहना पिया भी मैं तेरे कोलों कुछ नहीं लैंदा, वो भगवान दा वास्ता है, उठ खलो, मैं नहीं तेरे कोलों कुछ लैंदा। हाँ तू दस तेनू की चाहिदा। ते वो झट अखां खोल के उठ बैठा, कहन लगा इन्नी किरपा कर भी जिहड़ा धेला तेनू देना सी वो मेरे कोलों ना लै, बस ये मेरा खेड़ा छड्ड के चला जा। एक व्यंगमयी कथा है, पर लोभी दी बिरती कुछ इहो जी हुंदी है। लोभ दी लहर विच मनुख दी जिंदगी रूपी किश्ती डुब रही है। धन गुरु रामदास पातशाह फरमाउंदे है, लोभ लहर विच, लोभ लहर अत नीझर बाजै, काया डूबै केसवा। इत्थे पातशाह कह रहे ने मन मुख पाखंड भरम विगूते, लोभ लहर नाव भार बुढ़ैया। लोभ दियां लहरां विच इहदी जिंदगी रूपी किश्ती पापां दे भार थल्ले लद्दी होई डुब रही है। नाम जप नामे गत पावो, सिमरत सासतर नाम दिरड़ैया। भाई नाम जपो, नाम जप के मुक्ति मिलनी है। सिमरतियां शास्त्र वेद सब हरि दा नाम दृढ़ कराउंदे हन। सिमरत वेद पुराण पुकारन पोथियां, नाम बिना सब कूड़ गाली होछियां। सिमरतियां शास्त्र सब हरि अकाल पुरख परमेश्वर दा नाम दृढ़ कराउंदे हन। मैं जाए ता निर्मल होवै, गुरमुख परच परम पद पाइया। हौ मैं जाएगी ताए मन निर्मल होवेगा। जेड़ा गुरमुख है ना वो अपने सतगुरां दे शब्द दे परचे विच परचिया रहिंदा है। गुरमुख परचा, गुरमुख अपने गुरु दे शब्द दे रंग विच रंगिया रहिंदा है। एहो जग वरन रूप सब तेरा, जित लावह से कर्म कमैया। ये सारा जग वर्ण रूप सब तेरा है। हे प्रभु संसार दे जिन्हां जिन्हां जीवां नूं तैं जिथे जिथे लाया होया है, ये जीव ओही कर्म कमा रहे हन। नानक जंत वजाए वाजह,
ਜਿਤ ਭਾਵੈ ਤਿਤ ਰਾਹੇ ਚਲਾਈਆ। ਜਿਵੇਂ ਕੋਈ ਬਜੰਤਰੀ ਕਿਸੇ ਸਾਜ਼ ਨੂੰ ਵਜਾਉਂਦਾ ਹੈ, ਜਿਵੇਂ ਵਜਾਉਂਦਾ ਤੇ ਉਹ ਸਾਜ਼ ਤਿਵੇਂ ਵੱਜਦਾ ਹੈ, ਤਿਵੇਂ ਇਹ ਜੀਵ ਜੰਤ ਨੇ ਤੇ ਇਹਨਾਂ ਨੂੰ ਵਜਾਉਣ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਜਿੱਧਰ ਉਹਨੂੰ ਪਾਉਂਦਾ ਹੈ ਤਿਤ ਰਾਹੇ ਚਲਈਆ, ਉਸੇ ਰਸਤੇ ਤੇ ਉਹ ਇਹਨਾਂ ਜੀਵਾਂ ਨੂੰ ਚਲਾਉਂਦਾ ਹੈ। ਗੁਰਦੇਵ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।